ਵਾਹਿਗੁਰੂ ਸਾਹਿਬ ਜੀਓ। ਗੁਰੂ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ, ਵਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ। ਸ਼੍ਰੀ ਗੁਰ ਸ਼ਬਦ ਕਮਾਏ ਜਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਸਾਹਿਬ ਜੀਓ। ਸ੍ਰੀ ਅਕਾਲ ਜੀ ਸਹਾਇ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ, ਸਤਿਗੁਰ ਪ੍ਰਸਾਦਿ। ਅਥ ਸ਼੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਪ੍ਰਥਮ ਮਹੱਲੇ। ਸ੍ਰੀ ਸਤਿਗੁਰੂ ਨਾਨਕ ਦੇਵ ਜੀ ਕੀ ਕਥਾ ਪ੍ਰਾਰੰਭਯਤੇ। ਦੋਹਰਾ। ਸ੍ਰੀ ਸਤਿਨਾਮ ਵਾਹਿਗੁਰੂ, ਪੁਰਖ ਅਕਾਲ ਦਇਆਰ। ਜਾਹੇ ਜਪੇ ਬਿਘਨਨ ਉਦਦ, ਹੋਤ ਸਹਿਲ ਹੀ ਪਾਰ। ਸ਼੍ਰੀ ਅਕਾਲ ਜੀ ਸਹਾਇ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ, ਸਤਿਗੁਰ ਪ੍ਰਸਾਦਿ। ਅਥ ਸ਼੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਪ੍ਰਥਮ ਮਹੱਲੇ। ਸ੍ਰੀ ਸਤਿਗੁਰੂ ਨਾਨਕ ਦੇਵ ਜੀ ਕੀ ਕਥਾ ਪ੍ਰਾਰੰਭਯਤੇ। ਦੋਹਰਾ।
ਸ੍ਰੀ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਪਰਮੇਸ਼ਰ ਦੀ ਬੇਅੰਤੀ ਬਖਸ਼ਿਸ਼ ਮਿਹਰ ਹੈ, ਜਿਸ ਮਿਹਰ ਆਪਾਂ ਪਹਿਲਾਂ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸੰਸਾਰ ਵਿੱਚ ਪ੍ਰਗਟ ਪ੍ਰਤੱਖ ਹੋ ਕੇ ਰਾਏ ਭੋਏ ਦੀ ਤਲਵੰਡੀ ਵਿਖੇ, ਜਿਸ ਦਾ ਅੱਜ ਕੱਲ੍ਹ ਨਾਮ ਸਤਿਕਾਰ ਨਾਲ ਆਪਾਂ ਸ੍ਰੀ ਨਨਕਾਣਾ ਸਾਹਿਬ ਕਰਕੇ ਲੈਂਦੇ ਹਾਂ, ਤੇ ਆਪਣੇ ਆਪ ਨੂੰ ਆਪ ਜੀ ਨੇ ਪ੍ਰਕਾਸ਼ ਕੀਤਾ, ਪ੍ਰਗਟ ਕੀਤਾ। ਉਹਨਾਂ ਨੇ ਜਿਵੇਂ ਬਾਲ ਲੀਲਾ ਕੀਤੀ, ਇਸੇ ਤਰ੍ਹਾਂ ਸੁਲਤਾਨਪੁਰ ਸਾਹਿਬ ਪਹੁੰਚ ਕੇ ਗਰੀਬਾਂ ਦੀ ਗਰੀਬੀ ਦੂਰ ਕਰਨ ਵਾਸਤੇ, ਦੁੱਖ ਦਲਿੱਦਰ ਦੂਰ ਕਰਨ ਵਾਸਤੇ, ਮੁੱਦੇ ਖਾਨੀ ਦਾ ਜਿਹੜਾ ਵਿਵਹਾਰ ਹੈ ਸੰਸਾਰੀ ਲੋਕਾਂ ਵਾਂਗ ਹੀ ਕਰਿਆ ਕਰਾਇਆ। ਫਿਰ ਮੋਦੀ ਖਾਨਾ ਛੱਡ ਕੇ ਆਪ ਜੀ ਨੇ ਦੇਸ਼ਾਂਤਰ ਰਟਨ ਸ਼ੁਰੂ ਕਰ ਦਿੱਤਾ। 4 ਉਦਾਸੀਆਂ ਰਾਹੀਂ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਹੈ, ਬਾਬੇ ਚਾਰ ਤੱਕ 9 ਖੰਡ ਪਿਰਥਵੀ ਸੱਚਾ ਢੋਆ, ਵੀ ਬਾਬੇ ਗੁਰੂ ਨਾਨਕ ਸਾਹਿਬ ਨੇ 4 ਚੱਕਾਂ ਦੇ ਜੀਵ ਤਾਰੇ। 9 ਖੰਡਾਂ ਵਿੱਚ ਵੀ ਆਪ ਵਿਚਰੇ, 7 ਦੀਪਾਂ ਵਿੱਚ ਵੀ ਆਪ ਵਿਚਰੇ, ਤੇ ਸਾਰਿਆਂ ਨੂੰ ਆਪ ਜੀ ਨੇ ਨਾਮ ਦਾ ਆਸਰਾ, ਸੱਚ ਦਾ ਢੋਆ ਕੀ ਆਸਰਾ ਬਖਸ਼ਿਆ, ਸੱਚ ਦੇ ਲੜ ਲਾਇਆ। ਉਹ ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੱਚਖੰਡ ਗਮਨ ਕਰਨ ਤੋਂ ਬਾਅਦ ਭਾਈ ਬਾਲਾ ਜੀ ਨੂੰ ਬੁਲਾ ਕੇ ਖਡੂਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਵੇਂ ਆਪ ਜੀ ਨੇ ਅਵਤਾਰ ਧਾਰਿਆ, ਤੇ ਭਾਈ ਬਾਲਾ ਜੀ ਨਾਲ ਵਿਚਰੇ ਸਨ, ਭਾਈ ਮਰਦਾਨਾ ਜੀ ਕੀਰਤਨੀਏ ਸਨ, ਤੇ ਉਹ ਸਾਰਾ ਹੀ ਪ੍ਰਸੰਗ ਗੁਰੂ ਅੰਗਦ ਸਾਹਿਬ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ, ਭਾਈ ਸਧਾਰਨ ਜੀ, ਇਸ ਤਰ੍ਹਾਂ ਹੀ ਹੋਰ ਗੁਰਸਿੱਖ ਸੇਵਕ ਜੀ, ਇਹ ਇਤਿਹਾਸ ਸੁਣਿਆ ਜੀ, ਜਿਸ ਨੂੰ ਭਾਈ ਬਾਲਾ ਵਾਲੀ ਜਨਮ ਸਾਖੀ ਆਪਾਂ ਕਹਿੰਦੇ ਹਾਂ। ਉਹ ਭਾਈ ਪੈੜਾ ਮੁਖਾ ਜੀ ਨੇ ਲਿਖੀ ਸੀ। ਉਸੇ ਦਾ ਅੱਗੇ ਉਤਾਰਾ ਉੱਥੋਂ ਹੀ ਸੇਧ ਲੈ ਕੇ ਕਵੀ ਸੰਤੋਖ ਸਿੰਘ ਜੀ ਨੇ ਇਹ ਨਾਨਕ ਪ੍ਰਕਾਸ਼ ਨਾਮ ਦਾ ਪੁਸਤਕ ਲਿਖਿਆ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸੰਪੂਰਨ ਇਤਿਹਾਸ ਹੈ। ਉਦੋਂ ਬਾਅਦ ਫਿਰ ਗੁਰਪ੍ਰਤਾਪ ਨਾਮ ਸੂਰੀ ਦਾ ਗ੍ਰੰਥ ਲਿਖਿਆ, ਜਿਹਦੇ ਵਿੱਚ ਬਾਕੀ ਸਤਿਗੁਰਾਂ ਦਾ ਸੰਪੂਰਨ ਜੀਵਨ ਹੈ। ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਹੈ, ਇਹਦੇ ਵਿੱਚ ਕਾਫੀ ਰੜਾ-ਮੜਾ ਹੋ ਗਿਆ ਸੀ, ਤੇ ਉਹ ਦਾ ਹੂ-ਬ-ਹੂ ਜਿਹੜਾ ਉਲਟ ਹੈ ਕਵੀ ਸੰਤੋਖ ਸਿੰਘ ਜੀ ਨੇ ਉਵੇਂ ਕਰ ਦਿੱਤਾ, ਜਿਸ ਕਰਕੇ
कोई जड़े पढ़े लिखे विद्वान है, खोजी लोग है, वो भाई बालावाड़ी जन्म साखी पढ़ के भी किंतु परंतु करते तर्क करते है। तो कवि संतोख सिंह जी ने जरा ਉਹਦਾ ਲੱਥਾ ਕੀਤਾ ਕਾਵ ਰਚਨਾ ਵਿੱਚ, ਤੇ ਉਹਦੇ ਵਿੱਚ ਵੀ ਇਹ ਬਹੁਤ ਕਈ ਖਾਮੀਆਂ ਨਿਊਨਤਾਈਆਂ ਰਹਿ ਗਈਆਂ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਰ ਸਿਧਾਂਤ ਨਾਲ ਉਹ ਸਾਖੀਆਂ ਨਹੀਂ ਮਿਲਦੀਆਂ। ਆਪਾਂ ਅੱਜ ਜਿਹੜਾ ਇਹ ਗੁਰਪੁਰਬ ਪ੍ਰਕਾਸ਼ ਨਾਮ ਦਾ ਗ੍ਰੰਥ ਪ੍ਰਾਰੰਭ ਕਰ ਰਹੇ ਹਾਂ, ਇਹ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਅੰਸ਼ ਵੰਸ਼ ਵਿੱਚੋਂ ਹੋਏ ਹੈ। ਉਹ ਵੀ ਬੜੇ ਤਕੜੇ ਵਿਦਵਾਨ ਸਨ ਤੇ ਜਿਨ੍ਹਾਂ ਨੇ ਜਿਹੜੀ ਗੁਰਮਤਿ ਦੀ ਵਿਦਿਆ ਹੈ, ਸੰਤ ਰੇਣ ਪ੍ਰੇਮ ਸਿੰਘ ਜੀ ਨੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਤੋ ਵਾਲਾ ਉਹ ਡੇਰਾ ਵੱਜਦਾ ਹੈ, ਜਿੱਥੇ ਗੁਰਮਤਿ ਦੀ ਟਕਸਾਲ ਚੱਲ ਰਹੀ, ਬਾਣੀ ਦੀ ਟਕਸਾਲ ਚੱਲ ਰਹੀ ਹੈ। ਉੱਥੋਂ ਇਹ ਸੰਤ ਰੇਣ ਸਿੰਘ ਜੀ ਨੇ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ ਸੀ। ਇਤਿਹਾਸ ਵੀ ਸਾਰਾ ਪੜ੍ਹਿਆ ਬਾਚਿਆ ਸੀ। ਫਿਰ ਇਹਨਾਂ ਦੇ ਛੋਟੇ ਗੁਰੂ ਭਾਈ, ਉਹਨਾਂ ਦਾ ਨਾਮ ਵੀ ਪ੍ਰੇਮ ਸਿੰਘ ਹੀ ਸੀ, ਪਰ ਉਹ ਬੇਦੀਆਂ ਦੀ ਵੰਸ਼ ਵਿੱਚੋਂ ਸੀ। ਇਹ ਸੰਤ ਰੇਣ ਕਵੀ ਪ੍ਰੇਮ ਸਿੰਘ ਜੀ ਗੁਰੂ ਅੰਗਦ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਸੀ। ਜੋ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਵੱਡੇ ਸੁਪੁੱਤਰ ਦਾਸੂ ਜੀ ਸਨ, ਉਹਨਾਂ ਦੀ ਅੱਗੇ ਪੀੜ੍ਹੀ ਵਿੱਚੋਂ 10ਵੀਂ ਪੀੜ੍ਹੀ 'ਤੇ ਹੋਏ। ਕਵੀ ਸੰਤ ਰੇਣ ਸਿੰਘ ਜੀ ਨੇ ਆਪਣਾ ਜਿਹੜੀ ਬੰਸਾਵਲੀ ਹੈ ਇੱਕ ਕਵਿਤ ਵਿੱਚ ਦਿੱਤੀ ਹੈ। ਆਪਾਂ ਹੁਣ ਇਹ ਗੁਰਪੁਰਬ ਪ੍ਰਕਾਸ਼ ਗ੍ਰੰਥ ਉਹਨਾਂ ਨੇ ਲਿਖਿਆ ਹੈ, ਜਿਸ ਕਰਕੇ ਉਹਨਾਂ ਦੀ ਅੰਸ਼ ਵੰਸ਼ ਦੇ ਸੰਬੰਧ ਵਿੱਚ ਹੀ ਪਹਿਲਾਂ ਥੋੜ੍ਹਾ ਬਹੁਤਾ ਵਿਚਾਰ ਕਰ ਲਈਏ। ਉਹ ਕਵਿਤ ਲਿਖਿਆ ਕਵੀ ਸੰਤ ਰੇਣ ਸਿੰਘ ਜੀ ਨੇ ਆਪਣੀ ਅੰਸ਼ ਵੰਸ਼ ਦੇ ਸੰਬੰਧ ਵਿੱਚ। ਸ਼੍ਰੀ ਗੁਰੂ ਨਾਨਕ ਸਰੂਪ ਗੁਰੂ ਅੰਗਦ ਜੀ ਤਾਹੇ ਕੇ ਸੁਪੁੱਤਰ ਸ਼੍ਰੀ ਦਾਸੂ ਜੀ ਬਖਾਨੇਗੇ। ਕਿ ਸ਼ੋਭਾ ਵਾਲੇ ਜੋ ਗੁਰੂ ਨਾਨਕ ਸਾਹਿਬ, ਉਹਨਾਂ ਦੇ ਸਰੂਪ, ਉਹਨਾਂ ਦੇ ਗੁਰਤਾ ਗੱਦੀ ਦੇ ਤਖਤ 'ਤੇ ਬਿਰਾਜਣ ਵਾਲੇ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਅੱਗੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਜਿਨ੍ਹਾਂ ਦਾ ਨਾਮ ਦਾਸੂ ਜੀ ਕਰਕੇ ਕਿਹਾ ਜਾਂਦਾ ਹੈ, ਤੇ ਉਹਨਾਂ ਦੇ ਘਰ ਦੇ ਵਿੱਚ ਪੈਦਾ ਹੋਏ ਧਿਆਨ ਦਾਸ ਜੀ, ਯਾਨੀ ਦਾਸੂ ਜੀ ਦੇ ਸੁਪੁੱਤਰ ਸਨ ਧਿਆਨ ਦਾਸ ਜੀ। ਫਿਰ ਧਿਆਨ ਦਾਸ ਦੇ ਅੱਗੇ ਪੁੱਤਰ ਸਨ ਉੱਤਮ ਦਾਸ ਜੀ ਹੋਏ। ਉੱਤਮ ਦਾਸ ਜੀ ਦੇ ਗ੍ਰਹਿ ਵਿਖੇ ਅੱਗੇ ਜੱਗਾ ਮੱਲ ਜੀ ਹੋ ਗਏ। ਜੱਗਾ ਮੱਲ ਜੀ ਦੇ ਸੁਪੁੱਤਰ ਅੱਗੇ ਘਰ ਦੇ ਵਿੱਚ ਗੋਬਿੰਦ ਮੱਲ ਜੀ ਹੋ ਗਏ। ਫਿਰ ਉਦੋਂ ਬਾਅਦ ਇਹਨਾਂ ਦੇ ਸਾਹਿਬਜ਼ਾਦਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ। ਫਿਰ ਇਹ ਜਿੱਥੇ ਜਾਂ ਦਾਸ ਕਿਹਾ ਜਾਂਦਾ ਸੀ ਮਗਰ ਜਾਂ ਮੱਲ ਕਿਹਾ ਜਾਂਦਾ ਸੀ, ਉੱਥੇ ਫਿਰ ਇਹਨਾਂ ਦੀ ਜਿਹੜੀ ਹੈ ਸੰਖਿਆ ਬਦਲ ਗਈ, ਸੰਗਿਆ ਬਦਲ ਗਈ। ਖੁਸ਼ਹਾਲ ਸਿੰਘ ਵੀ ਇਹ ਗੋਬਿੰਦ ਦਾਸ ਜੀ ਦੇ ਜਿਹੜੇ ਪੁੱਤਰ ਅੱਗੇ ਖੁਸ਼ਹਾਲ ਸਿੰਘ ਛੇਵੇਂ, ਅੱਗੇ ਇਹ ਪੰਜਵੇਂ ਥਾਂ ਹੋਏ। ਤੇ ਖੁਸ਼ਹਾਲ ਸਿੰਘ ਜੀ ਦੇ ਪੁੱਤਰ ਅੱਗੇ ਛੇਵੇਂ ਹੋਏ ਥਾਂ ਤੇ ਜੱਸਾ ਸਿੰਘ ਜੀ।
ਜੱਸਾ ਸਿੰਘ ਜੀ ਦੇ ਘਰ ਦੇ ਵਿੱਚ ਅੱਗੇ ਪੁੱਤਰ ਹੋਏ ਰਤਨ ਸਿੰਘ ਸੱਤਵੀਂ ਪੀੜ੍ਹੀ ਵਿੱਚ। ਉਹਨਾਂ ਦੇ ਘਰ ਦੇ ਵਿੱਚ ਅੱਗੇ ਪੁੱਤਰ ਹੋਏ ਸੁਖਾਲ ਸਿੰਘ ਜੀ, ਇਹ 8ਵੇਂ ਥਾਂ ਸਨ। ਉਹਨਾਂ ਦੇ ਅੱਗੇ ਸੁਪੁੱਤਰ ਹੋਏ ਲਛਮਣ ਸਿੰਘ ਜੀ, ਇਹ 9ਵੇਂ ਥਾਂ ਸਨ। ਫਿਰ ਅੱਗੇ 10ਵੀਂ ਪੀੜ੍ਹੀ ਜਿਹੜੀ ਹੈ ਉਹ ਸੰਤ ਰੇਣ ਕਵੀ ਪ੍ਰੇਮ ਸਿੰਘ, ਯਾਨੀ 10ਵੀਂ ਬਾਬਾ ਦਾਸੂ ਜੀ ਦੇ 10ਵੇਂ ਥਾਂ 'ਤੇ 10ਵੀਂ ਪੀੜ੍ਹੀ 'ਤੇ ਜਿਨ੍ਹਾਂ ਨੇ ਆ ਪੁਸਤਕ ਲਿਖਿਆ ਹੈ ਨਾ, ਕਵੀ ਸੰਤ ਰੇਣ ਪ੍ਰੇਮ ਸਿੰਘ, ਕਿ ਉਹ ਲਛਮਣ ਸਿੰਘ ਦੇ ਘਰ ਦੇ ਵਿੱਚ ਪੈਦਾ ਹੋਏ ਸਨ। ਵੀ ਕਦੋਂ ਪੈਦਾ ਹੋਏ ਸਨ? ਉਹ ਕਵੀ ਜੀ ਨੇ ਆਪਣਾ ਜਿਹੜਾ ਜਨਮ ਦਾ ਸੰਪਤ ਹੈ ਤੇ ਜਿਸ ਮਹੀਨੇ ਉਹਨਾਂ ਨੇ ਇਸ ਸੰਸਾਰ ਦੇ ਵਿੱਚ ਜਨਮ ਲਿਆ ਉਹ ਆਪ ਹੀ ਲਿਖਿਆ ਹੈ। ਸੰਮਤ ਸ੍ਰੀ ਨਾਨਕ 410, ਸੰਮਤ ਸ੍ਰੀ ਨਾਨਕ ਜੀ 4-7-10 ਮਾਹੇ ਖੰਡ ਕਯੋ ਹੈ। ਨਰਿਆਬ ਪਹਿਲੀ ਮਗਰ ਭਵ ਲਿਓ ਹੈ। ਸੰਮਤ ਸ੍ਰੀ ਨਾਨਕ 4-7-10 ਮਾਹੇ ਖੰਡ ਨਰਿਆਬ ਪਹਿਲੀ ਮਗਰ ਭਵ ਲਿਓ ਹੈ। ਵੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਨਾਨਕ ਸ਼ਾਹੀ ਸੰਮਤ ਸੀ ਉਸ ਵੇਲੇ 410 ਸੀ, ਯਾਨੀ ਬਿਕਰਮੀ ਸੰਮਤ 1935 ਸੀ। ਬਿਕਰਮੀ ਸੰਮਤ 1935 ਨੂੰ ਤੇ ਨਰਿਆਬ ਕਸਬੇ ਵਿੱਚ, ਜੋ ਕੋਹਾਟ ਦੇ ਜ਼ਿਲ੍ਹੇ ਵਿੱਚ ਨਰਿਆਬ ਕਸਬਾ ਹੈ, ਤੇ ਕਵੀ ਜੀ ਕਹਿੰਦੇ ਮੱਘਰ ਭਵ ਲਿਓ ਹੈ, ਪਹਿਲੀ ਮੱਘਰ ਭਵ ਲਿਓ। ਵੀ ਮੱਘਰ ਦਾ ਮਹੀਨੇ ਦਾ ਪਹਿਲਾ ਦਿਨ ਸੀ, ਯਾਨੀ ਮੱਘਰ ਦੀ ਸੰਗਰਾਂਦ ਸੀ। ਉਸ ਦਿਨ ਮੈਂ ਪਿਤਾ ਲਛਮਣ ਸਿੰਘ ਜੀ ਦੇ ਘਰ ਦੇ ਵਿੱਚ ਇਹ ਜਨਮ ਧਾਰਿਆ ਸੀ। ਮੇਰੇ ਮਾਂ ਪਿਓ ਨੇ ਕਹਿੰਦੇ ਚੰਗੀ ਤਰ੍ਹਾਂ ਮੈਨੂੰ ਪਾਲ ਪੋਸਿਆ, ਲਾਡ ਲਲਾਇਆ। ਫਿਰ ਕਹਿੰਦੇ ਵਿਦਿਆ ਪੜ੍ਹਨ ਵਾਸਤੇ ਮੈਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਾਂ ਪਿਓ ਨੇ ਭੇਜ ਦਿੱਤਾ। ਵਿਦਿਆ ਪੜ੍ਹ ਕੇ ਫਿਰ ਮੈਂ ਚਾਰੇ ਦਿਸ਼ਾ ਵਿੱਚ ਰਟਨ ਕੀਤਾ, ਯਾਨੀ ਚਾਰੇ ਤਰਫੀ ਵਿਚਿਆ। ਉਹ ਕਾਰਨ ਕਿ ਵੀ ਜਿਹੜਾ ਇਹ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਭਾਈ ਬਾਲਾ ਜੀ ਨੇ ਜਨਮ ਸਾਖੀ ਵਿੱਚ ਲਿਖਿਆ ਹੈ ਨਾ, ਉਹ ਥਾਂ ਥਾਂ ਵਿੱਚ ਜਾ ਕੇ ਖੋਜ ਕਰਨ ਵਾਸਤੇ ਇਹ 10 ਸਾਲ ਵਿਚਰਦੇ ਰਹੇ ਹੈ। ਕਾਬਲ ਕੰਧਾਰ, ਇੱਧਰ ਉੱਤਰ ਦੀ ਤਰਫ, ਦੱਖਣ ਦੀ ਤਰਫ, ਜਿੱਥੇ ਜਿੱਥੇ ਬਾਹਰਲੇ ਦੇਸ਼ਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਗਏ ਉੱਥੇ ਵੀ ਜੀ ਵਿਚਰੇ। ਬਾਕੀ ਸਤਿਗੁਰੂ ਜਿੱਥੇ ਕਿੱਥੇ ਗਏ 10 ਜਾਮਿਆਂ ਵਿੱਚ, ਉੱਥੇ ਉੱਥੇ ਇਹ ਕਵੀ ਜੀ ਵਿਚਰੇ। ਫਿਰ 10 ਸਾਲ ਤੋਂ ਬਾਅਦ ਇਹਨਾਂ ਨੇ ਇਹ ਗੁਰਪੁਰ ਪ੍ਰਕਾਸ਼ ਨਾਮ ਦਾ ਗ੍ਰੰਥ ਲਿਖਿਆ ਸੀ। ਇਹ ਕਾਰਨ ਕੀ ਸੀ? ਕਹਿੰਦੇ ਅਪਰ ਪ੍ਰਯੋਜਨ ਨਾਇਕਸ਼ ਗੁਰਮਤਿ ਹਿਤ ਪ੍ਰਚਾਰ। ਵੀ ਹੋਰ ਮੇਰਾ ਕੋਈ ਪ੍ਰਯੋਜਨ ਸੀ ਨਹੀਂ, ਮਤਲਬ ਨਹੀਂ ਸੀਗਾ ਵੀ ਸਹੀ ਮਾਇਨੇ ਵਿੱਚ ਗੁਰਮਤਿ ਦਾ ਜਿਹੜਾ ਪ੍ਰਚਾਰ ਹੋਵੇ ਸਿੱਖ ਪੰਥ ਵਿੱਚ, ਖਾਲਸੇ ਪੰਥ ਵਿੱਚ। ਖਾਲਸ ਰਚਿਓ ਗ੍ਰੰਥ ਜੈ ਗੁਣ ਗਣ ਲਿਹੋ ਵਿਚਾਰ। ਇਹ ਜਿਹੜਾ ਖਾਲਸੁੱਧ ਗ੍ਰੰਥ ਹੈ ਇਹ ਮੈਂ ਗੁਰਪੁਰ ਪ੍ਰਕਾਸ਼ ਨਾਮ ਦਾ ਬਣਾਇਆ। ਹੇ ਗੁਣੀ ਜਨ ਤੁਸੀਂ ਸੋਚ ਵਿਚਾਰ ਲਿਓ। ਤੇ ਕਦੋਂ ਇਹ ਗ੍ਰੰਥ ਦੀ ਸੰਪੂਰਨਤਾ ਕੀਤੀ ਸੀ? ਉਹ ਨਾਨਕ ਸ਼ਾਹੀ ਸੰਮਤੀ ਕਵੀ ਜੀ ਨੇ ਸਾਰੇ ਗ੍ਰੰਥ ਵਿੱਚ ਲਿਖਿਆ। ਨਾ ਤਾਂ ਬਿਕਰਮੀ ਸੰਮਤ, ਨਾ ਈਸਵੀ ਸੰਮਤ, ਨਾ ਸਾਕਾ ਸੰਮਤ, ਨਾ ਹੋਰ ਕੋਈ ਸੰਮਤ। ਸਾਰੇ ਗ੍ਰੰਥ ਵਿੱਚ ਜਿੱਥੇ ਕਿੱਥੇ ਹੈ ਨਾਨਕ ਸ਼ਾਹੀ ਗ੍ਰੰਥ
ਸ਼ਾਹੀ ਸੰਬੰਧੀ ਦਿੱਤਾ ਹੈ। ਆਪ ਜੀ ਕਹਿੰਦੇ ਸੰਮਤ 4.5 ਸ੍ਰੀ ਗੁਰੂ ਨਾਨਕ ਸ਼ਾਹੇ ਸੁਦਾ ਸਰੋਵਰ ਮੈਂ ਛਪਿਓ ਕਤਕ ਪੁੰਨਿਆ ਮਾਹੇ। ਨਾਨਕ ਸ਼ਾਹੀ ਸੰਮਤ 450 ਸੀ ਤੇ ਬਿਕਰਮੀ ਸੰਮਤ ਸੀ ਉਸ ਵੇਲੇ 1975 ਤੇ ਕਤਕ ਦੀ ਪੁੰਨਿਆ ਸੀ। ਜਿਸ ਦਿਨ ਕਹਿੰਦੇ ਇਹ ਗੁਰਪੁਰ ਪ੍ਰਕਾਸ਼ ਨਾਮ ਦਾ ਗ੍ਰੰਥ ਛਪ ਕੇ ਸੰਪੂਰਨ ਹੋਇਆ, ਯਾਨੀ 1975 ਕਤਕ ਦੀ ਪੁੰਨਿਆ ਨੂੰ ਇਹ ਗੁਰਪੁਰ ਪ੍ਰਕਾਸ਼ ਗ੍ਰੰਥ ਪੂਰਾ ਹੋਇਆ ਸੀ। ਹੁਣ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਨਕ ਸ਼ਾਹੀ ਸੰਮਤ ਹੈ, ਇਹ 552 ਚੱਲ ਰਿਹਾ ਹੈ। ਉਸ ਹਿਸਾਬ ਨੂੰ ਸਾਹਮਣੇ ਰੱਖ ਕੇ ਸਮਝੀਏ ਤਾਂ ਅਜੋਕੇ ਸਮੇਂ ਵਿੱਚ ਜਾਣੀ ਹੁਣ ਇਹ ਗ੍ਰੰਥ ਰਚੇ ਨੂੰ 102 ਸਾਲ ਹੋ ਗਏ। 450 ਕੀ ਹੁਣ 550 ਹੈ, 52 ਹੈ, ਚੱਲ ਰਿਹਾ ਹੈ। 102 ਸਾਲ ਹੋ ਗਏ ਇਹ ਗ੍ਰੰਥ ਰਚੇ ਹੋਏ ਨੂੰ। ਤੇ ਰਚਣ ਦਾ ਕਾਰਨ ਕਵੀ ਨੇ ਲਿਖਿਆ ਵੀ ਇਹ ਬੇਦੀਆਂ ਦੀ ਵੰਸ਼ ਵਿੱਚੋਂ ਪ੍ਰੇਮ ਸਿੰਘ ਜੀ ਹੋਏ, ਉਹ ਵੀ ਬੜੇ ਤਕੜੇ ਵਿਦਵਾਨ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਅੰਸ਼ ਵੰਸ਼ ਵਿੱਚੋਂ ਹੋਏ ਹੋ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਭਾਈ ਬਾਲਾ ਵਾਲੀ ਜਨਮ ਸਾਖੀ ਭਾਈ ਪੋੜਾ ਮੋਖਾ ਰਾਹੀਂ ਲਿਖਾਈ ਸੀ। ਤੁਸੀਂ ਵੀ ਉਹ ਭਾਈ ਬਾਲਾ ਵਾਲੀ ਜਨਮ ਸਾਖੀ ਪੜ੍ਹੀ ਹੈ, ਮੈਂ ਵੀ ਪੜ੍ਹੀ ਹੈ। ਤੁਸੀਂ ਵੀ ਜਾਣਦੇ ਵੀ ਉਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੀ ਅੰਸ਼ ਵੰਸ਼ ਵਿੱਚੋਂ ਅੱਗੇ ਉਹਨਾਂ ਦੀ ਹਜ਼ੂਰੀ ਵਿੱਚ ਇੱਕ ਸਿੱਖ ਸੀ, ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਰਿਹਾ, ਜਿਹਦਾ ਨਾਮ ਸੀ ਭਾਈ ਹੰਦਾਲ ਜੀ। ਇਹ ਜੰਡਲਾਲੇ ਨਗਰ ਦਾ ਨਿਵਾਸੀ ਸੀ ਤੇ ਇਹ ਲੰਗਰ ਵਿੱਚ ਗੁਰੂ ਮਹਾਰਾਜ ਦੇ ਆਟੇ ਗੁੰਨਣ ਦੀ ਸੇਵਾ ਕਰਿਆ ਕਰਦਾ ਸੀ। ਇੱਕ ਵਾਰੀ ਗੁਰੂ ਅਮਰਦਾਸ ਮਹਾਰਾਜ ਜੀ ਲੰਗਰ ਵਿੱਚ ਚਲੇ ਗਏ। ਇਹ ਜਿਹੜਾ ਹੰਦਾਲ ਨਾਮੇ ਸਿੱਖ ਹੈ, ਆਟਾ ਗੁੰਨ ਰਿਹਾ ਸੀ ਤੇ ਹੁਣ ਗੁਰੂ ਮਹਾਰਾਜ ਨੂੰ ਨਮਸਕਾਰ ਕਰਨੀ ਸੀ, ਮੱਥਾ ਟੇਕਣਾ ਸੀ। ਆਟੇ ਨਾਲ ਹੱਥ ਲਿਬੜੇ ਸੀ। ਮਨ ਵਿੱਚ ਖਿਆਲ ਕਰ ਰਿਹਾ ਵੀ ਹੁਣ ਕੀ ਕਰਾਂ, ਜੇ ਮਹਾਰਾਜ ਨੂੰ ਮੱਥਾ ਨਹੀਂ ਟੇਕਦਾ ਤੇ ਫਿਰ ਮੈਂ ਬੇਮੁਖ ਹੁੰਦਾ ਹਾਂ। ਜੇ ਮੱਥਾ ਟੇਕਦਾ, ਆਟੇ ਨਾਲ ਹੱਥ ਲਿਬੜੇ ਹੈ, ਜਦੋਂ ਹੱਥ ਮੈਂ ਹੇਠਾਂ ਧਰਤੀ 'ਤੇ ਰੱਖਾਂਗਾ ਮਿੱਟੀ ਘਟਾ ਲੱਗ ਜਾਏਗਾ ਤੇ ਉਧਰ ਗੁਰੂ ਕੇ ਲੰਗਰ ਦੀ ਫਿਰ ਬੇਅਦਬੀ ਹੋਊਗੀ। ਫਿਰ ਇਹਨੇ ਕੀ ਕੀਤਾ, ਹੰਦਾਲ ਸਿੱਖ ਨੇ ਆਪਣੇ ਪਿੱਠ ਪਿੱਛੇ ਹੱਥ ਕਰ ਲਏ ਦੋਵੇਂ ਤੇ ਮੱਥਾ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਤੇ ਰੱਖਤਾ, ਮੱਥਾ ਟੇਕਤਾ। ਗੁਰੂ ਅਮਰਦਾਸ ਮਹਾਰਾਜ ਦੇਖ ਕੇ ਕਹਿੰਦੇ ਚੰਗਾ, ਤੇਰੀ ਵੰਸ ਦੇ ਵੀ ਸਾਨੂੰ ਇਹੀ ਮੱਥਾ ਟੇਕ ਕੇ ਕਰਨੇ, ਇਹੀ ਪੂਜਾ ਕਰਨਗੇ। ਫਿਰ ਇਹਦੀ ਸੇਵਾ ਦੇ ਕੇ ਆਪ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਇਹਨੂੰ ਮੰਜੀ ਵੀ ਦੇ ਦਿੱਤੀ ਸੀ। ਜਿਹੜੀਆਂ 22 ਮੰਜੀਆਂ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ੀਆਂ, ਉਹਨਾਂ ਵਿੱਚੋਂ ਇਹ ਹੰਦਾਲ ਨੂੰ ਵੀ ਸਿੱਖੀ ਮਹਾਰਾਜ ਨੇ ਮੰਜੀ ਬਖਸ਼ੀ ਸੀ। ਇਹ ਆਪ ਤਾਂ ਠੀਕ ਰਿਹਾ, ਇਹਦਾ ਪੁੱਤਰ ਵੀ ਠੀਕ ਰਿਹਾ। ਅੱਗੇ ਜਿਹੜਾ ਇਹਦਾ ਪੋਤਰਾ ਸੀ ਨਾ, ਉਹਦਾ ਨਾਂ ਸੀ ਵਿਧੀ ਚੰਦ। ਇੱਕ ਤਾਂ ਹੋਇਆ ਨਾ 6ਵੇਂ ਪਾਤਸ਼ਾਹ ਦੇ ਸਮੇਂ ਵਿਧੀ ਚੰਦ, ਇੱਕ ਇਹ ਜਿਹੜਾ ਹੰਦਾਲ ਨਾਮੇ ਸਿੱਖ ਹੈ ਜਿਹਨੂੰ ਮਹਾਰਾਜ ਨੇ ਮੰਜੀ ਬਖਸ਼ੀ ਸੀ, ਇਹਦਾ ਪੋਤਰਾ ਹੋਇਆ, ਉਹਦਾ ਨਾਂ ਵੀ ਵਿਧੀ ਚੰਦ ਸੀ। ਉਹ ਸਾਖਤ ਜਾਈ ਸੀ ਤੇ ਉਹ
ਸਿੱਖੀ ਤੋਂ ਵੀ ਦੂਰ ਸੀਗੀ। ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਦੇ ਵਿੱਚ ਇਹ ਹੰਦਾਲ ਦੇ ਪੋਤਰੇ ਦਾ ਥੋੜ੍ਹਾ ਜਿਹਾ ਇਸ਼ਾਰਾ ਦਿੱਤਾ ਹੈ ਵੀ ਇਹ ਕਿਹੋ ਜਿਹਾ ਸੀ। ਉਹ ਪੰਥ ਪ੍ਰਕਾਸ਼ ਦੇ ਵਿੱਚ ਧਿਆਏ 114 ਤੇ ਕਵਿਤ ਹੈ 48ਵਾਂ, ਸਤਰ ਹੈ ਕਵਿਤ ਦੀ ਚੌਥੀ। ਉਹ ਲਿਖਿਆ, ਪੋਤਰੇ ਹੰਦਾਲ ਕੇ ਮਹੰਤ ਹੋਏ ਬਿਧੀ ਚੰਦ, ਡੂਮਣੀ ਮੁਸਲਮਾਨੀ ਰਾਖੀ ਕਰ ਲਿਆਏ ਗਏ। ਵੀ ਇੰਨਾ ਇਹ ਵਿਗੜ ਗਿਆ, ਇੰਨਾ ਸਿੱਖੀ ਤੋਂ ਦੂਰ ਹੋ ਗਿਆ ਵੀ ਇਹ ਬਿਧੀ ਚੰਦ ਨੇ ਆਪਣੇ ਘਰ ਦੇ ਵਿੱਚ ਮੁਸਲਮਾਨੀ ਮਰਾਸਣ ਲਿਆ ਕੇ ਰੱਖ ਲਈ, ਜਿਸ ਕਰਕੇ ਫਿਰ ਸਿੱਖੀ ਤੋਂ ਸਾਰਾ ਪਰਿਵਾਰ ਹੀ ਇਹਨਾਂ ਦਾ ਦੂਰ ਹੋ ਗਿਆ। ਆਪਣੇ ਆਪ ਨੂੰ ਵੀ ਮੈਂ ਠੀਕ ਠਾਕ ਹਾਂ। ਫਿਰ ਇਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿਹੜੀ ਜਨਮ ਸਾਖੀ ਵਿਗਾੜਨੀ ਸ਼ੁਰੂ ਕਰਤੀ। ਉਹਦੇ ਵਿੱਚ ਆਪਣੀ ਮਨਮਰਜ਼ੀ ਦੇ ਪ੍ਰਸੰਗ ਲਿਖਣੇ ਸ਼ੁਰੂ ਕਰ ਦਿੱਤੇ, ਰਲਾ ਮਿਲਾ ਦਿੱਤੇ। ਇਹਦੇ ਨਾਲ ਇੱਕ ਹੋਰ ਇਹੋ ਜਿਹਾ ਸਾਖਤ ਮਿਲ ਗਿਆ, ਉਹ ਸੀ ਕਬੀਰ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਹੋਇਆ, ਜਿਹਦਾ ਨਾਂ ਸੀ ਗੁਰਦਾਸ। ਇੱਕ ਤਾਂ ਭਾਈ ਗੁਰਦਾਸ ਜੀ ਹੋਏ ਹੈ, ਇੱਕ ਨੌਵੇਂ ਪਾਤਸ਼ਾਹ ਦੇ ਸਮੇਂ ਵੀ ਗੁਰਦਾਸ ਜੀ ਹੋਏ, ਜੋ ਗੁਰੂ ਮਹਾਰਾਜ ਦੇ ਚੌਰ ਬਰਦਾਰ ਸਨ। ਇਹ 5 ਭਾਈ ਗੁਰਦਾਸ ਹੋਏ ਨੇ, ਇਤਿਹਾਸ ਵਿੱਚ ਆਉਂਦਾ ਹੈ। ਇਹ ਜਿਹੜਾ ਕਬੀਰ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਪੈਦਾ ਹੋਇਆ ਸੀ ਗੁਰਦਾਸ, ਇਹ ਵੀ ਇਹਦੇ ਵਰਗਾ ਹੀ ਸੀ ਸਾਕਤ ਹੀ। ਫਿਰ ਇਹਨਾਂ ਦੋਹਾਂ ਨੇ ਰਲ ਮਿਲ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਨਮ ਸਾਖੀ ਬਿਲਕੁਲ ਹੀ ਵਿਗਾੜਤੀ, ਉਹਦਾ ਹੁਲੀਆ ਹੀ ਹੋਰ ਕਰਤਾ। ਫਿਰ ਜਦੋਂ ਇਹ ਪ੍ਰੇਮ ਸਿੰਘ ਬੇਦੀ ਬੰਸ ਨੇ ਵੀ ਉਹ ਮਹਾਰਾਜ ਦੀ ਭਾਈ ਬਾਲੇ ਵਾਲੀ ਸਾਖੀ ਪੜ੍ਹੀ, ਕਵੀ ਸੰਤੋਖ ਸਿੰਘ ਦਾ ਵੀ ਉਹ ਨਾਨਕ ਪ੍ਰਕਾਸ਼ ਪੜ੍ਹਿਆ। ਇੱਧਰ ਇਹ ਜਿਹੜੇ ਆ ਕਵੀ ਸੰਤਰੇਣ ਪ੍ਰੇਮ ਸਿੰਘ ਸੀ, ਇਹਨਾਂ ਨੇ ਵੀ ਇਤਿਹਾਸ ਪੜ੍ਹਿਆ। ਫਿਰ ਇਹ ਆਪਸ ਵਿੱਚ ਵਿਚਾਰ ਕਰਨ ਲੱਗੇ ਵੀ ਇਹ ਇਤਿਹਾਸ ਨੂੰ ਸੋਧ ਕੇ ਲਿਖਿਆ ਜਾਏ। ਭਾਈ ਪ੍ਰੇਮ ਸਿੰਘ ਜੋ ਬੇਦੀਆਂ ਦੀ ਬੰਸ ਸਿੰਘ ਵਿੱਚੋਂ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਵਿਦਵਾਨ ਹੋ, ਬਾਕੀ ਤੁਸੀਂ ਕਵੀ ਸੰਤਰੇਣ ਪ੍ਰੇਮ ਸਿੰਘ ਜੀ ਗੁਰੂ ਅੰਗਦ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਹੋ। ਤੁਹਾਡੇ ਸਤਿਗੁਰਾਂ ਨੇ ਹੀ ਭਾਈ ਬਾਲੇ ਤੋਂ ਜਨਮ ਸਾਖੀ ਲਿਖਾਈ ਸੀ, ਪੈੜਾ ਮੁੱਖਾਂ ਨੇ ਲਿਖੀ ਸੀ। ਇਹ ਜਿਹੜੀ ਹੁਣ ਜਨਮ ਸਾਖੀ ਵਿਗਾੜੀ ਗਈ, ਇਹਨੂੰ ਸੋਧੋ। ਹੁਣ ਤੁਸੀਂ ਸੋਧ ਕੇ ਇਤਿਹਾਸ ਲਿਖੋ। ਜਿਸ ਕਰਕੇ ਫਿਰ ਇਹ ਕਵੀ ਸੰਤਰੇਣ ਜੀ ਨੇ ਇਹ ਜਿਹੜਾ ਗੁਰਪੁਰ ਪ੍ਰਕਾਸ਼ ਨਾਮ ਦਾ ਗ੍ਰੰਥ ਹੈ, ਉਹ 4 ਜਿਲਦਾਂ ਵਿੱਚ ਛਪਵਾਇਆ ਸੀ, 4 ਜਿਲਦਾਂ ਵਿੱਚ ਲਿਖਿਆ ਸੀ, ਸੋਧ ਸੁਧਾ ਕੇ। ਉਹ ਅੱਜ ਆਪਾਂ ਇੱਥੇ ਪ੍ਰਾਰੰਭ ਕਰ ਰਹੇ ਹਾਂ। ਕਵੀ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕੀਤਾ ਹੈ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਸ੍ਰੀ ਅਕਾਲ ਜੀ ਸਹਾਇ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹੁਣ ਇਹ ਕਵੀ ਸੰਤਰੇਣ ਸਿੰਘ ਜੀ ਪ੍ਰੇਮ ਸਿੰਘ ਜੀ ਅੰਮ੍ਰਿਤਧਾਰੀ ਸੀ, ਤੇ ਜੀਵਨ ਵਿੱਚ ਹੀ ਲਿਖਿਆ ਵੀ ਵਿਦਿਆ ਪੜ੍ਹੀ ਮੈਂ ਸਤੋ ਵਾਲੇ ਜਿਹੜੀ ਗਲੀ ਹੈ ਸੰਤ ਬਾਬਾ ਅਮੀਰ ਸਿੰਘ ਜੀ ਪਾਸੋਂ, ਤੇ ਖੰਡੇ ਬਾਟੇ ਦਾ ਅੰਮ੍ਰਿਤ ਮੈਂ ਛਕਿਆ ਸੀ ਸੰਤ ਬਾਬਾ ਅਤਰ ਸਿੰਘ ਜੀ ਮਾਸੂਆਣਿਆਂ ਵਾਲਿਆਂ ਤੋਂ। ਉਹਨਾਂ ਨੇ ਕਹਿੰਦੇ ਫਿਰ ਮੈਨੂੰ ਇਹ ਸਿੱਖਿਆ ਦਿੱਤੀ ਸੀ ਵੀ ਗੁਰਮੁਖਾ ਤੂੰ ਵਿਦਵਾਨ ਹੈ, ਗੁਰਮਤਿ ਦਾ ਪ੍ਰਚਾਰ ਕਰਨਾ ਹੈ, ਲੋਕਾਂ ਨੂੰ ਗਿਆਨ ਦੇਣਾ ਹੈ। ਤੂੰ ਕਹਿੰਦੇ 2 ਵਜੇ ਉੱਠਣਾ ਹੈ, 2 ਵਜੇ ਇਸ਼ਨਾਨ ਕਰਕੇ ਨਾਮ ਬਾਣੀ ਨਾਲ ਜੁੜਨਾ ਹੈ। ਉਦੋਂ ਬਾਅਦ ਫਿਰ ਤੂੰ ਕਥਾ ਵਾਰਤਾ ਸੰਗਤ ਵੀ ਜਾ ਕੇ ਕਰਨੀ ਹੈ। ਤੇ ਭਾਈ ਹਰੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਨਿਵਾਸੀ ਹੋਏ ਹੈ, ਉਹਨਾਂ ਨੇ ਇਹਨਾਂ ਦੀ ਭੂਮਿਕਾ ਲਿਖੀ ਹੈ।
ਵੀ ਜਿੱਥੋਂ ਇਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਫਿਰ ਇਹ ਜਿੱਥੋਂ ਵਿਦਿਆ ਪੜ੍ਹੀ, ਉਹਨਾਂ ਨੇ ਆਪਣਾ ਉਹ ਭੂਮਿਕਾ ਇਹਨਾਂ ਦੇ ਸਾਰੇ ਜੀਵਨ ਦੀ ਵੀ। ਪਹਿਲਾਂ ਇਹ ਕੋਹਾਟ ਜ਼ਿਲ੍ਹੇ ਵਿੱਚ ਨਰਿਆਵ ਕਸਬੇ ਵਿੱਚ ਰਹਿੰਦੇ ਸਨ, ਫਿਰ ਉੱਥੋਂ ਬਦਲ ਕੇ ਇਹ ਪਟਿਆਲੇ ਆ ਗਏ ਸੀ ਪੱਕੇ ਤੌਰ 'ਤੇ। ਕਵੀ ਸੰਤ ਨਰੈਣ ਸਿੰਘ ਜੀ ਇੱਥੇ ਪਟਿਆਲੇ ਸਰਹੱਦੀ ਗੇਟ ਹੈ ਅਤੇ ਗੁਰਦੁਆਰੇ ਦਾ ਨਾਮ ਹੈ ਗੁਰੂ ਅੰਗਦ ਸਾਹਿਬ ਜੀ ਦਰਬਾਰ। ਇੱਥੇ ਫਿਰ ਇਹ ਪੱਕੇ ਤੌਰ 'ਤੇ ਟਿਕ ਗਏ ਸਨ। ਇੱਥੇ ਹੀ ਸਾਰੀ ਜ਼ਿੰਦਗੀ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਸੋ ਇਸ ਤਰ੍ਹਾਂ ਇਹ ਗ੍ਰੰਥ ਰਚਨ ਦੀ ਜਿਹੜੀ ਭੂਮਿਕਾ ਹੈ ਉਹ ਥੋੜ੍ਹੇ ਜਿਹੇ ਰੂਪ ਦੇ ਵਿੱਚ ਆਪਾਂ ਵਿਚਾਰੀ ਹੈ। ਬਾਕੀ ਜਿਹੜਾ ਥੋੜ੍ਹਾ ਬਹੁਤਾ ਪ੍ਰਸੰਗ ਇਹਨਾਂ ਦੇ ਸੰਬੰਧ ਵਿੱਚ ਅੱਗੇ ਆਪਾਂ ਜਦੋਂ ਵੀ ਇਹ ਕਥਾ ਵਾਰਤਾ ਪ੍ਰਾਰੰਭ ਕਰਾਂਗੇ ਉਹ ਥੋੜ੍ਹਾ ਬਹੁਤਾ ਬਾਅਦ 'ਚ ਲਿਆ ਕਰਾਂਗੇ। ਸਮੇਂ ਅਨੁਸਾਰ ਆਪਾਂ ਇਹ ਥੋੜ੍ਹਾ ਜਿਹਾ ਜਿਹੜਾ ਮੰਗਲਾਂ ਦਾ ਇਹ ਕਥਾ ਉਹ ਕਰ ਲਈਏ ਪ੍ਰਮਤਾ। ਉਦੋਂ ਬਾਅਦ ਫਿਰ ਬਾਕੀ ਸਾਰਾ ਜਿਹੜਾ ਇਤਿਹਾਸ ਆਪਾਂ ਲੜੀਵਾਰ ਸਮੇਂ ਅਨੁਸਾਰ ਕਰੀ ਕਰਾਵਾਂਗੇ, ਜਾਵਾਂਗੇ, ਲਾਹਾ ਲਵਾਂਗੇ। ਸਭ ਤੋਂ ਪਹਿਲਾ ਮੰਗਲ ਕਵੀ ਸੰਤ ਨਰੈਣ ਜੀ ਨੇ ਕੀਤਾ ਸ੍ਰੀ ਅਕਾਲ ਜੀ ਸਹਾਇ, ਵੀ ਜੋ ਸੋਭਾ ਵਾਲੇ ਕਾਲ ਤੋਂ ਰਹਿਤ ਅਕਾਲ ਜੀ ਹਨ। ਕਾਲਨ ਕੋ ਕਾਲ ਮਹਾ ਕਾਲਨ ਜੋ ਕਾਲ ਹੈ ਉਹ ਸਾਡੇ ਸਹਾਈ ਹੋਣ। ਉਦੋਂ ਬਾਅਦ ਦੂਜਾ ਮੰਗਲ ਗੁਰੂ ਕਲਗੀਧਰ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਦੂਜੇ ਨੰਬਰ 'ਤੇ ਫਿਰ ਕਵੀ ਜੀ ਨੇ ਉਹ ਮਹਾਰਾਜ ਦੇ ਮੰਗਲ ਨੂੰ ਤਰਜੀਹ ਦਿੱਤੀ ਹੈ, ਮੁੱਖਤਾ ਦਿੱਤੀ ਹੈ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਸੋਭਾ ਵਾਲੇ ਬਾਹ ਆਚਰਜ ਰੂਪ ਹੈ, ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਰੂਪ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਵਾਹਿਗੁਰੂ ਜੀ ਹੈ। ਉਹਨਾਂ ਦੀ ਕਹਿੰਦੇ ਹਮੇਸ਼ਾ ਫਤਿਹ ਜਿੱਤ ਹੈ। ਐਸੇ ਵਾਹਿਗੁਰੂ ਜੀ ਇਹ ਗ੍ਰੰਥ ਰਚਨ ਵਿੱਚ ਮੈਨੂੰ ਵੀ ਫਤਿਹ ਬਖਸ਼ਣ, ਮੇਰੀ ਵੀ ਜਿੱਤ ਹੋਵੇ, ਇਹਦੇ ਵਿੱਚ ਕੋਈ ਵਿਘਨ ਨਾ ਹੋਵੇ, ਮੇਰੀ ਸੰਪੂਰਨਤਾ ਹੋਵੇ। ਉਦੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਿੱਥੇ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢ ਦੇ ਵਿੱਚ ਮੂਲ ਮੰਤਰ ਲਿਖਿਆ। ਉਦੋਂ ਬਾਅਦ ਬਾਕੀ ਥਾਵਾਂ 'ਤੇ ਆਪ ਜੀ ਨੇ ਜਿਹੜਾ ਮਹਾ ਮੰਤਰ ਹੈ ਗੁਰਪ੍ਰਸਾਦ ਤੱਕ ਹੀ ਲਿਖਿਆ। ਜ਼ਿਆਦਾਤਰ ਬਾਣੀ ਦੇ ਵਿੱਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਇਆ, ਯਾਨੀ 500 ਤੋਂ ਵੱਧ ਆਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਮ ਦਾ ਮੰਗਲ। ਇਹ ਕਵੀ ਸੰਤ ਨਰੈਣ ਪ੍ਰੇਮ ਸਿੰਘ ਜੀ ਨੇ ਇਹਨੂੰ ਤਰਜੀਹ ਦਿੱਤੀ ਹੈ ਆਪਣੀ ਬਾਣੀ, ਆਪਣੀ ਪੁਸਤਕ ਵਿੱਚ। ਉਹ ਸਤਿਗੁਰਾਂ ਦਾ ਮੰਗਲ ਲਿਖਿਆ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਰੂਪ ਪਰਮੇਸ਼ਰ ਹੈ, ਓਂਕਾਰ ਸਭ ਦਾ ਪ੍ਰਕਾਸ਼ਕ ਹੈ, ਉਹ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਅਥ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਅਥ ਕੀ ਇਸ ਤੋਂ ਉਪਰੰਤ, ਯਾਨੀ ਇਹ ਤਿੰਨਾਂ ਮੰਗਲਾਂ ਤੋਂ ਉਪਰੰਤ ਜੋ ਸੋਭਾ ਵਾਲੇ ਗੁਰਪੁਰ ਪ੍ਰਕਾਸ਼ ਗ੍ਰੰਥ ਹੈ। ਇਹ ਜਿਹੜਾ ਸੋਭਾ ਵਾਲਾ ਗੁਰਪੁਰ ਪ੍ਰਕਾਸ਼ ਨਾਮ ਦਾ ਗ੍ਰੰਥ ਹੈ, ਇਹਦਾ ਜਿਹੜਾ ਪਹਿਲਾ ਮਹੱਲਾ ਹੈ ਉਹਦੇ ਵਿੱਚ ਸੋਭਾ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਵੀ ਕਹਿੰਦਾ ਮੈਂ ਕਥਾ ਪ੍ਰਾਰੰਭ ਕਰ ਰਿਹਾ। ਗ੍ਰੰਥ ਦਾ ਨਾਮ ਗੁਰਪੁਰ ਪ੍ਰਕਾਸ਼ ਉਹਨਾਂ ਨੇ ਰੱਖਿਆ।
ਵੀ ਜਿਹੜਾ ਸਤਿਗੁਰਾਂ ਦਾ, ਦਸਾਂ ਸਤਿਗੁਰਾਂ ਦਾ ਇਤਿਹਾਸ ਹੈ ਨਾ, ਸਾਰਾ ਇੱਕ ਸ਼ਹਿਰ ਵਾਂਗ ਹੈ। ਤੇ ਸ਼ਹਿਰ ਦੇ ਵਿੱਚ ਮਹੱਲੇ ਹੁੰਦੇ ਨੇ। ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਇਤਿਹਾਸ ਆ, ਇਹ ਇੱਕ ਮਹੱਲਾ ਹੋ ਗਿਆ। ਜਿਹੜਾ ਦੂਜੇ ਪਾਤਸ਼ਾਹ ਦਾ ਇਤਿਹਾਸ ਹੈ, ਜੀਵਨ, ਇਹ ਦੂਜਾ ਮਹੱਲਾ ਹੋ ਗਿਆ ਸ਼ਹਿਰ ਦਾ। ਜਿਹੜਾ ਤੀਜੇ ਪਾਤਸ਼ਾਹ ਦਾ ਇਤਿਹਾਸ ਕਵੀ ਨੇ ਲਿਖਿਆ, ਇਹ ਸਮਝ ਲਓ ਮਹਾਰਾਜ ਦੇ ਇਤਿਹਾਸ ਦਾ ਤੀਜਾ ਮਹੱਲਾ ਹੋ ਗਿਆ। ਦਸਾਂ ਸਤਿਗੁਰਾਂ ਦਾ ਇਤਿਹਾਸ ਲਿਖਿਆ, ਅਤੇ ਇਸ ਕਰਕੇ 10 ਮਹੱਲੇ ਆਪ ਜੀ ਨੇ ਇਹ ਪੁਸਤਕ ਵਿੱਚ ਦਿੱਤੇ ਹੈ। ਹੁਣ ਇੱਥੇ ਕਹਿੰਦੇ ਪ੍ਰਥਮ ਮਹੱਲੇ, ਸਭ ਤੋਂ ਪਹਿਲੇ ਮਹੱਲੇ ਸੋਭਾ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿਹੜੀ ਕਥਾ ਹੈ, ਅਸੀਂ ਪ੍ਰਾਰੰਭ ਕਰਦੇ ਹਾਂ। ਉਹ ਦੋਹਰੇ ਛੰਦ ਵਿੱਚ ਜਿਵੇਂ ਆਪ ਜੀ ਨੇ ਇਹ ਮੰਗਲ ਕੀਤਾ, ਉਹ ਆਪਾਂ ਇਹ ਪੜ੍ਹ ਕੇ ਫਿਰ ਸਮਾਪਤੀ ਕਰ ਦੇਵਾਂਗਾ। ਬਾਕੀ ਜਿਹੜੀ ਵਿਚਾਰ ਹੈ ਆਪਾਂ ਰਲ ਮਿਲ ਕੇ ਫੇਰ ਕਰਾਂਗੇ। ਉਹ ਜਿਵੇਂ ਵੀ ਕਵੀ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਦਾ ਮੰਗਲ ਕਰ ਰਿਹਾ ਹੈ, ਉਹ ਆਪਾਂ ਰਲ ਮਿਲ ਕੇ ਸੁਣੀਏ ਜੀ। ਦੋਹਰਾ ਸ੍ਰੀ ਸਤਨਾਮ ਵਾਹਿਗੁਰੂ। ਕਵੀ ਕਹਿ ਰਿਹਾ ਜੀ, ਜੋ ਸ੍ਰੀ ਸੋਭਾ ਵਾਲੇ, ਸੋਭਾ ਸੰਜੋਗਿਤ ਸੱਚੇ ਨਾਮ ਵਾਲੇ ਵਾਹਿਗੁਰੂ ਪਰਮੇਸ਼ਰ ਜੀ ਹਨ। ਪੁਰਖ ਅਕਾਲ ਦਇਆਰ, ਜੋ ਅਕਾਰਾਂ ਤੋਂ ਰਹਿਤ ਹਨ, ਅਕਾਲ ਪੁਰਖ ਹਨ। ਕਾਲ ਤੋਂ ਰਹਿਤ ਹਨ, ਅਕਾਰਾਂ ਤੋਂ ਵੀ ਰਹਿਤ, ਕਾਲ ਤੋਂ ਰਹਿਤ ਵੀ ਹਨ। ਤੇ ਬਹੁਤ ਹੀ ਦਿਆਲੂ ਕਿਰਪਾਲੂ ਹਨ। ਜਾਹੇ ਜਪੇ ਬਿਗਨਨ ਉਦਦ। ਐਸੇ ਵਾਹਿਗੁਰੂ, ਐਸੇ ਅਕਾਲ ਪੁਰਖ ਦੇ ਨਾਮ ਜਪਿਆ ਹੋਇਆਂ, ਜਿੰਨੇ ਵੀ ਕਹਿੰਦੇ ਬਿਗਨਾ ਰੂਪੀ ਸਮੁੰਦਰ ਹੈ, ਹੋਤ ਸਹਿਲ ਹੀ ਪਾਰ। ਉਹ ਬਿਗਨਾ ਰੂਪੀ ਸਮੁੰਦਰ ਤੋਂ ਕਹਿੰਦੇ ਸਹਿਜੇ ਸੌਖਿਆਂ ਪਾਰ ਹੋਈ ਜਾਂਦਾ ਹੈ, ਪਾਰ ਹੋ ਜਾਈਦਾ ਹੈ। ਇਸ ਕਰਕੇ ਮੈਂ ਅਕਾਲ ਪੁਰਖ ਵਾਹਿਗੁਰੂ ਦੀ ਮੰਗਲ ਕਰਕੇ, ਮਹਿਮਾ ਵਡਿਆਈ ਕਰਕੇ ਇਹ ਮੰਗ ਕਰਦਾ ਹਾਂ ਕਿ ਹੇ ਐਸੇ ਵਾਹਿਗੁਰੂ ਪਰਮੇਸ਼ਰ, ਆ ਜਿਹੜੇ ਮੇਰੇ ਗ੍ਰੰਥ ਵਿੱਚ ਵਿਘਨ ਪੈਣੇ, ਇਹ ਵੀ ਸਮੁੰਦਰ ਵਾਂਗ ਬਹੁਤ ਤਕੜੇ ਹੈ। ਇਹਨਾਂ ਤੋਂ ਹੁਣ ਤੁਸੀਂ ਮੈਨੂੰ ਪਾਰ ਲੰਘਾਉਣਾ ਹੈ। ਇਹ ਵਿਘਨਾ ਕਲੇਸ਼ਾਂ ਤੋਂ ਹੇ ਸਤਿਗੁਰੂ ਤੁਸੀਂ ਹੀ ਮੈਨੂੰ ਬਚਾ ਕੇ ਰੱਖਣਾ ਹੈ। ਹੇ ਵਾਹਿਗੁਰੂ, ਹੇ ਅਕਾਲ ਪੁਰਖ, ਹੇ ਦਿਆਲੂ ਕੁਆਲੂ ਪਰਮੇਸ਼ਰ, ਤੁਸੀਂ ਬਚਾ ਕੇ ਰੱਖਣਾ। ਇਹ ਦੋਹਰੇ ਛੰਦ ਵਿੱਚ ਕਵੀ ਸੰਤ ਰੇਣ ਪ੍ਰੇਮ ਸਿੰਘ ਨੇ ਮਹਿਮਾ ਦਾ ਮੰਗਲ ਕੀਤਾ ਹੈ। ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਅਗਲੀ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਹਿਮਾ ਜਿਵੇਂ ਉਹਨਾਂ ਨੇ ਕੀਤੀ ਹੈ, ਫਿਰ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਮਹਿਮਾ ਦਾ ਮੰਗਲ ਕੀਤਾ ਹੈ, ਦਸਾਂ ਜਾਮਿਆਂ ਦਾ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ, ਫਿਰ ਖਾਲਸੇ ਪੰਥ ਦਾ, ਉਹ ਸਾਰਾ ਆਪਾਂ ਅਗਲੇ ਸਮੇਂ ਵਿੱਚ ਪੜ੍ਹਾ ਸੁਣਾਂਗੇ, ਵਿਚਾਰਾਂਗੇ, ਲਹਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਸ੍ਰੀ ਸਤਨਾਮ ਵਾਹਿਗੁਰੂ। ਪੁਰਖ ਅਕਾਲ ਦਇਆਰ, ਜਾਹੇ ਜਪੇ ਬਿਗਨਨ ਉਦਦ, ਹੋਤ ਸਹਿਲ ਹੀ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੇ ਪਾਰ ਬ੍ਰਹਮ, ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ,
ਹੈ ਪੀ ਹੋਵਨ ਹਾਰ। हे संता कै सदा संग निरारा आधार। हे ठाकुर हों दासरो मैं निर्गुण गुण नहीं कोय। नानक दीजै नाम दान रखो हियै परोय। आए प्रभ शरणागति कृपा निध दयाल। एक अखर हर मन वसत नानक होत निहाल। वाहिगुरु नाम जहाज है चले सो तेरे पार। जो सरदा कर सेवंदे गुरु पारे उतारन हार। जो सरदा कर सेवंदे गुरु पारे उतारन हार। ये करना दान अंतरजामी सतगुरु आप दी मेहर बख्शिश का सदका गुरमत विचारा हुई चारा करदियां हुई सुख भुलों की माफ़ी बख्शो। पढ़ते सुनते सरबत लाहेबंद होण। नानक नाम चढ़दी कला तेरे पाने सरबत।